ਜਲਿਆਂਵਾਲੇ ਬਾਗ ਦੇ ਸਾਕੇ ਤੋਂ ਪਹਿਲਾਂ ਸਮੂਚੇ ਭਾਰਤ ਦੇ ਅੰਦਰ ਜਿਸਲੇ ਬ੍ਰਿਟਿਸ਼ ਸਰਕਾਰ ਨੇ ਰੌਲਟ ਐਕਟ ਪਾਸ ਕਰ ਦਿੱਤਾ, ਜਿਸ ਦਾ ਮਕਸਦ ਇਹ ਸੀ ਕਿ ਕਿਸੇ ਵੀ ਹਿੰਦੁਸਤਾਨੀ ਨੂੰ ਬਗੈਰ ਮੁਕੱਦਮਾ ਚਲਾਏ ਉਹਨੂੰ ਜੇਲ੍ਹ ਵਿੱਚ ਰੱਖਿਆ ਜਾ ਸਕਦਾ ਹੈ। ਹਕੀਕਤ ਇਹ ਹੈ ਕਿ ਫਸਟ ਵਰਲਡ ਵਾਰ 1914 ਤੋਂ ਲੈ ਕੇ 18 ਤੱਕ ਹੋਈ। ਸਾਰੇ ਹਿੰਦੁਸਤਾਨ ਦੇ ਲੋਕ ਬਹੁਤ ਸਾਰੇ ਉਹਨਾਂ 'ਚ ਭਰਤੀ ਹੋਏ। ਪੰਜਾਬੀਆਂ ਦਾ ਬਹੁਤ ਹੀ ਮਹੱਤਵਪੂਰਨ ਯੋਗਦਾਨ ਰਿਹਾ। ਪਰ ਯੁੱਧ ਜਿਸ ਵੇਲੇ ਖਤਮ ਹੋ ਗਿਆ, ਮਹਿੰਗਾਈ ਵਧਣੀ ਸ਼ੁਰੂ ਹੋ ਗਈ। ਲੋਕ ਦੁਖੀ ਹੋ ਗਏ, ਨਿਰਾਸ਼ ਹੋ ਗਏ। ਲੋਕਾਂ ਦੇ ਮਨ ਵਿੱਚ ਬ੍ਰਿਟਿਸ਼ ਸਰਕਾਰ ਦੇ ਖਿਲਾਫ ਇੱਕ ਨਵੀਂ ਆਵਾਜ਼ ਲੋਕਾਂ ਨੇ ਬੁਲੰਦ ਕੀਤੀ। ਪਰ 30 ਮਾਰਚ ਤੋਂ ਬਾਅਦ ਉਹਨਾਂ ਨੇ ਇਸ ਨੂੰ ਬਦਲ ਦਿੱਤਾ। ਸਿਰਫ ਦਿੱਲੀ ਦੇ ਵਿੱਚ ਸਵਾਮੀ ਸ਼ਰਧਾਨੰਦ ਨੇ ਇਹ ਬੜਾ ਵੱਡਾ ਜਲੂਸ ਕੱਢਿਆ ਔਰ ਇਹ ਤਰੀਕ ਜਿਹੜੀ ਬਦਲ ਕੇ 6 ਅਪ੍ਰੈਲ ਕਰ ਦਿੱਤੀ ਗਈ। ਪਹਿਲੀ ਵਾਰੀ ਭਾਰਤ ਦੇ ਇਤਿਹਾਸ ਵਿੱਚ ਸਾਰਾ ਦੇਸ਼ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਗੁਜਰਾਤ ਤੋਂ ਲੈ ਕੇ ਬਰਮਾ ਤੱਕ ਇਕੱਠਾ ਹੋ ਗਿਆ ਔਰ ਸਾਰੇ ਦੇਸ਼ ਵਿੱਚ ਹੜਤਾਲ ਕੀਤੀ ਗਈ। ਅੱਜ ਅਸੀਂ ਆਏ ਹਾਂ ਜੀ ਪ੍ਰੋਫੈਸਰ ਦਰਬਾਰੀ ਲਾਲ, ਜੋ ਕਿ ਇੱਕ ਹਿਸਟਰੀ ਦੇ ਪ੍ਰੋਫੈਸਰ ਰਹੇ ਨੇ, ਸਾਬਕਾ ਸਪੀਕਰ ਰਹੇ ਨੇ, MLA ਰਹੇ ਨੇ ਔਰ ਇੱਕ ਬਹੁਤ ਹੀ ਸੁਹਿਰਦ ਇਨਸਾਨ ਨੇ। ਇਸ ਵੇਲੇ ਬਜ਼ੁਰਗੀ ਦੇ ਵਿੱਚ ਨੇ, ਲੇਕਿਨ ਉਹਨਾਂ ਕੋਲ ਜਿਹੜਾ ਖਜ਼ਾਨਾ ਹੈ ਇਤਿਹਾਸ ਦਾ, ਉਹ ਬਹੁਤ ਵੱਡਮੁੱਲਾ ਹੈ। 13 ਅਪ੍ਰੈਲ ਜਿਸ ਦਿਨ ਖਾਲਸਾ ਸਾਜਣਾ ਦਿਵਸ ਹੈ, ਉਸ ਦਿਨ ਹੀ ਜਲਿਆਂਵਾਲਾ ਬਾਗ ਦਾ ਸਾਕਾ, ਜਿਹੜੀ ਸਾਰੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਹੈ ਕਰੂਲਤਾ ਦੀ ਨਿਸ਼ਾਨੀ ਮੰਨੀ ਜਾਂਦੀ ਹੈ, ਉਸ ਦਾ ਵੀ ਦਿਨ ਹੈ। ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਸ ਦਿਨ ਕੀ ਹੋਇਆ ਸੀ, ਕਿੰਨੇ ਲੋਕ ਉੱਥੇ ਆਏ ਸਨ, ਕਿਸ ਦੀ ਰਿਐਕਸ਼ਨ ਦੇ ਵਜੋਂ ਇਹ ਜਲਸਾ ਕੀਤਾ ਗਿਆ ਸੀ ਤੇ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਸੀ। ਆਓ ਗੱਲਬਾਤ ਕਰਕੇ ਜਾਣਦੇ ਹਾਂ। ਪ੍ਰੋਫੈਸਰ ਸਾਹਿਬ, 13 ਤਰੀਕ ਆਉਣ ਵਾਲੀ 13 ਅਪ੍ਰੈਲ ਜਿੱਥੇ ਖਾਲਸਾ ਸਾਜਣਾ ਦਿਵਸ ਹੈ, ਉੱਥੇ ਜਲਿਆਂਵਾਲੇ ਬਾਗ ਦਾ ਸਾਕਾ ਹੈ। ਜਲਿਆਂਵਾਲੇ ਬਾਗ ਦੇ ਸਾਕੇ ਦੀ ਜੇਕਰ ਗੱਲ ਕਰੀਏ ਤਾਂ 13 ਤਰੀਕ ਨੂੰ ਹੋਇਆ ਸੀ, ਲੇਕਿਨ ਇਸ ਦੀ ਰੂਪਰੇਖਾ, ਇਹਦੀ ਭੂਮਿਕਾ ਕਿਸ ਤਰ੍ਹਾਂ ਬਣੀ ਸੀ, ਕਿਉਂ ਇਹ ਕਨਵੈਨਸ਼ਨ ਕਰਵਾਈ ਗਈ ਸੀ, ਕਿਉਂ ਜਲਸਾ ਕਰਵਾਇਆ ਗਿਆ ਸੀ ਅਤੇ ਉਸ ਤੋਂ ਪਹਿਲੇ ਵੀ ਕੀ ਹੋਇਆ ਸੀ, ਉਹਦੇ ਬਾਰੇ ਥੋੜ੍ਹਾ ਜਾਣੋ। ਜਲਿਆਂਵਾਲੇ ਬਾਗ ਦੇ ਸਾਕੇ ਤੋਂ ਪਹਿਲਾਂ ਸਮੂਚੇ ਭਾਰਤ ਦੇ ਅੰਦਰ ਜਿਸਲੇ ਬ੍ਰਿਟਿਸ਼ ਸਰਕਾਰ ਨੇ ਰੌਲਟ ਐਕਟ ਪਾਸ ਕਰ ਦਿੱਤਾ, ਜਿਸ ਦਾ ਮਕਸਦ ਇਹ ਸੀ ਕਿ ਕਿਸੇ ਵੀ ਹਿੰਦੁਸਤਾਨੀ ਨੂੰ ਬਗੈਰ ਮੁਕੱਦਮਾ ਚਲਾਏ ਉਹਨੂੰ ਜੇਲ੍ਹ ਵਿੱਚ ਰੱਖਿਆ ਜਾ ਸਕਦਾ ਹੈ। ਇਸ ਜਗ੍ਹਾ ਉਸ ਵੇਲੇ ਰੌਲਾ ਇਸ ਗੱਲ ਦਾ ਪਿਆ ਕਿ ਨੋ ਦਲੀਲ, ਨੋ ਵਕੀਲ, ਨੋ ਅਪੀਲ। ਹਕੀਕਤ ਇਹ ਹੈ ਕਿ ਫਸਟ ਵਰਲਡ ਵਾਰ 1914 ਤੋਂ ਲੈ ਕੇ 18 ਤੱਕ ਹੋਈ। ਸਾਰੇ ਹਿੰਦੁਸਤਾਨ ਦੇ ਲੋਕ ਬਹੁਤ ਸਾਰੇ ਉਹਨਾਂ 'ਚ ਭਰਤੀ ਹੋਏ। ਪੰਜਾਬੀਆਂ ਦਾ ਬਹੁਤ ਹੀ ਮਹੱਤਵਪੂਰਨ ਯੋਗਦਾਨ ਰਿਹਾ ਔਰ ਲੜਾਈ ਦੇ ਦੌਰਾਨ ਜਿਹੜੇ ਸਨ ਉਹ ਸ਼ਹੀਦ ਹੋਏ। ਔਰ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਬੜੀ ਰਿਸਪੌਂਸਿਵ ਗਵਰਨਮੈਂਟ ਦਿਆਂਗੇ। ਪਰ ਯੁੱਧ ਜਿਸ ਵੇਲੇ ਖਤਮ ਹੋ ਗਿਆ, ਮਹਿੰਗਾਈ ਵਧਣੀ ਸ਼ੁਰੂ ਹੋ ਗਈ। ਲੋਕ ਦੁਖੀ ਹੋ ਗਏ, ਨਿਰਾਸ਼ ਹੋ ਗਏ। ਲੋਕਾਂ ਦੇ ਮਨ ਵਿੱਚ ਬ੍ਰਿਟਿਸ਼ ਸਰਕਾਰ ਦੇ ਖਿਲਾਫ ਇੱਕ ਨਵੀਂ ਆਵਾਜ਼ ਲੋਕਾਂ ਨੇ ਬੁਲੰਦ ਕੀਤੀ ਔਰ ਉਸ ਨੂੰ ਦਬਾਉਣ ਵਾਸਤੇ ਅੰਗਰੇਜ਼ਾਂ ਨੇ ਰੌਲਟ ਐਕਟ 18 ਫਰਵਰੀ ਔਰ 1919 ਵਿੱਚ ਪਾਸ ਕਰ ਦਿੱਤਾ, ਜਿਸ 'ਤੇ ਸਮੂਚੀ ਕਾਂਗਰਸ, ਉਸ ਵੇਲੇ ਮਹਾਤਮਾ ਗਾਂਧੀ ਇਸ ਦਾ ਜ਼ੇਰੇ ਕਿਆਦਤ ਕਰ ਰਹੇ ਸਨ ਔਰ ਉਹਨਾਂ ਨੇ ਇਹ ਕਿਹਾ ਕਿ 30 ਮਾਰਚ 1919 ਨੂੰ ਸਾਰੇ ਦੇਸ਼ ਵਿੱਚ ਹੜਤਾਲ ਕੀਤੀ ਜਾਏਗੀ। ਪਰ 30 ਮਾਰਚ ਤੋਂ ਬਾਅਦ ਉਹਨਾਂ ਨੇ ਇਸ ਨੂੰ ਬਦਲ ਦਿੱਤਾ। ਸਿਰਫ ਦਿੱਲੀ ਦੇ ਵਿੱਚ ਸਵਾਮੀ ਸ਼ਰਧਾਨੰਦ ਨੇ ਇਹ ਬੜਾ ਵੱਡਾ ਜਲੂਸ ਕੱਢਿਆ ਔਰ ਇਹ ਤਰੀਕ ਜਿਹੜੀ ਬਦਲ ਕੇ 6 ਅਪ੍ਰੈਲ ਕਰ ਦਿੱਤੀ ਗਈ। ਪਹਿਲੀ ਵਾਰੀ ਭਾਰਤ ਦੇ ਇਤਿਹਾਸ ਵਿੱਚ ਸਾਰਾ ਦੇਸ਼ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਗੁਜਰਾਤ ਤੋਂ ਲੈ ਕੇ ਬਰਮਾ ਤੱਕ ਇਕੱਠਾ ਹੋ ਗਿਆ ਔਰ ਸਾਰੇ ਦੇਸ਼ ਵਿੱਚ ਹੜਤਾਲ ਕੀਤੀ ਗਈ। ਹਾਲਾਂ ਹੜਤਾਲ ਦਾ ਲਫ਼ਜ਼ ਜਿਹੜਾ ਹੈ ਇਹ ਪਹਿਲੀ ਵਾਰੀ ਇਸਤੇਮਾਲ ਕੀਤਾ ਗਿਆ। ਲੋਕਾਂ ਨੇ ਆਪਣੇ ਕਾਰੋਬਾਰ ਬੰਦ ਕਰ ਦਿੱਤੇ, ਦੁਕਾਨਾਂ ਬੰਦ ਔਰ ਸਾਰਾ ਦੇਸ਼ ਜਿਹੜਾ ਸੀ ਉਹ ਇੱਕ ਸੂਤਰ ਵਿੱਚ ਪਰੋਇਆ ਗਿਆ। 6 ਅਪ੍ਰੈਲ 1919 ਭਾਰਤ ਦੇ ਇਤਿਹਾਸ ਵਿੱਚ
एक बड़ा ही महत्वपूर्ण स्थान रखती है। मैं समझना कि साडा ये राष्ट्र का पहला ये जिहड़ा ਤਿਉਹਾਰ ਸੀ ਜਦੋਂ ਅਸੀਂ ਸਾਰੇ ਇਕੱਠੇ ਹੋਏ। तो 30 ਤੋਂ ਬਾਅਦ ਸਾਡੇ ਇੱਥੇ 6 ਅਪ੍ਰੈਲ ਆਈ। 6 ਤੋਂ ਬਾਅਦ ਰਾਮਨੌਮੀ ਦਾ ਸ਼ੋਭਾ ਯਾਤਰਾ ਨਿਕਲਦੀ ਸੀ। ਪਹਿਲੇ ਜਦੋਂ ਸ਼ੋਭਾ ਯਾਤਰਾ ਨਿਕਲਦੀਆਂ ਸਨ ਉਸ ਵੇਲੇ ਸਿਰਫ ਹਿੰਦੂ ਹੁੰਦੇ ਸਨ ਜਾਂ ਸਿੱਖ ਉਹਨਾਂ 'ਚ ਸਨ, ਮੁਸਲਮਾਨਾਂ ਦੀ ਪਾਰਟੀਸਪੇਸ਼ਨ ਨਹੀਂ ਸੀ। ਪਰ 1919 ਨੂੰ ਅੰਮ੍ਰਿਤਸਰ ਦੇ ਅੰਦਰ ਜਿਹੜਾ 9 ਅਪ੍ਰੈਲ ਨੂੰ ਸ਼ੋਭਾ ਯਾਤਰਾ ਕੱਢੀ ਗਈ, ਉਹਦੇ ਵਿੱਚ ਇਸ ਸ਼ੋਭਾ ਯਾਤਰਾ ਦਾ ਜਿਹੜੀ ਰਹਿਨੁਮਾਈ ਸੀ ਉਹ ਇੱਕ ਬੜਾ ਹੀ ਕਾਬਲ ਮੁਸਲਮਾਨ ਡਾਕਟਰ ਹਾਫਿਜ਼ ਮੁਹੰਮਦ ਬਸ਼ੀਰ ਕਰ ਰਹੇ ਸਨ। ਘੋੜੇ 'ਤੇ ਚੜ੍ਹ ਕੇ ਅੱਗੇ ਅੱਗੇ, ਉਸ ਤੋਂ ਬਾਅਦ ਕਿ ਪੈਦਲ ਚੱਲਣ ਵਾਲੇ, ਫਿਰ ਸਾਈਕਲਾਂ ਵਾਲੇ, ਫਿਰ ਫਿਟਫਿਟੀਏ ਵਾਲੇ, ਫਿਟਫਿਟੀਆ ਯਾਨੀ ਮੋਟਰਸਾਈਕਲ 'ਤੇ ਚੜ੍ਹ ਕੇ ਚੱਲਣ ਵਾਲੇ, ਬਹੁਤ ਦੂਰ ਤੱਕ ਲੰਬਾ ਜਲੂਸ ਸੀ। ਔਰ ਲਾਸਟ ਦੇ ਵਿੱਚ ਮੁਸਲਮਾਨਾਂ ਨੇ ਟਰਕਿਸ਼ ਲਿਬਾਸ ਪਾ ਕੇ ਮਗਰ ਉਹ ਨਾਅਰੇ ਮਾਰ ਰਹੇ ਸਨ। ਸਾਰੇ ਜਲੂਸ ਦੇ ਅੰਦਰ, ਸ਼ੋਭਾ ਯਾਤਰਾ ਦੇ ਅੰਦਰ ਨਾਅਰਾ ਵੱਜਦਾ ਸੀ, ਰਾਜਾ ਰਾਮਚੰਦਰ ਮਹਾਰਾਜ ਕੀ ਜੈ, ਗਾਂਧੀ ਜੀ ਕੀ ਜੈ, ਕਿਚਲੂ ਜੀ ਕੀ ਜੈ, ਸਤਿਪਾਲ ਕੀ ਜੈ। ਔਰ ਇਹ ਸਾਰਾ ਨਜ਼ਾਰਾ ਜਿਹੜਾ ਉਹ DC ਅੰਮ੍ਰਿਤਸਰ ਆਲੂ ਵਾਲੇ ਕਟਲੇ 'ਚ ਖੜ੍ਹਾ ਹੋ ਕੇ ਦੇਖ ਰਿਹਾ ਸੀ। ਉਸ ਵੇਲੇ ਸਾਡੇ ਰਿਵਾਜ ਸੀ ਕਿ ਕੋਈ ਵੀ ਸ਼ੋਭਾ ਯਾਤਰਾ ਜਾਂ ਜਲੂਸ ਨਿਕਲਦਾ ਸੀ ਉਹ ਸ਼੍ਰੀ ਹਰਿਮੰਦਰ ਸਾਹਿਬ ਦੇ ਅੱਗੇ ਮੱਥਾ ਟੇਕ ਕੇ ਫਿਰ ਸ਼ਹਿਰ ਦੇ ਵਿੱਚ ਦਾਖਲ ਹੁੰਦਾ ਸੀ। ਔਰ ਇਹ ਵੀ ਉਹਨਾਂ ਦੇ ਅੱਗੋਂ ਦੀ ਨਿਕਲ ਕੇ ਕਟਰਾ ਆਲੂ ਵਾਲੀਆਂ ਤੋਂ ਹੋ ਕੇ ਇਹ ਜਿਸ ਵੇਲੇ ਇਹ ਅੱਗੇ ਪਹੁੰਚਿਆ, ਇਹ ਜਿਸ ਵੇਲੇ ਜਿੱਥੇ ਮਲਕਾਂ ਵਾਲਾ ਬੁੱਤ ਹੈ, ਅੱਜ ਤਾਂ ਮਲਕਾਂ ਦੀ ਮੂਰਤੀ ਨਹੀਂ, ਮੈਂ ਉਹ ਮੂਰਤੀ ਉਹਨਾਂ ਦੀ ਦੇਖੀ ਹੈ, ਸੰਗਮਰਮਰ ਦੀ ਮੂਰਤੀ ਸੀ, ਬਹੁਤ ਖੂਬਸੂਰਤ ਲੱਗੀ ਸੀ, ਜਿਹਨੂੰ ਬਾਅਦ 'ਚ ਇੱਥੋਂ ਹਟਾ ਕੇ ਅਤੇ ਭੇਜ ਦਿੱਤਾ ਗਿਆ ਸੀ ਪਟਿਆਲੇ। ਤਾਂ ਜਿਸ ਵੇਲੇ ਇੱਥੇ ਜਲੂਸ ਪਹੁੰਚਿਆ ਤਾਂ ਲੋਕਾਂ ਨੇ, ਇੱਕ ਆਦਮੀ ਦੌੜ ਕੇ ਇੱਕ ਪਾਣੀ ਦੀ ਗੜਵਾ ਲੈ ਆਇਆ। ਉਹਨੇ ਕਿਹਾ ਜੇ ਸਾਰੇ ਤੁਸੀਂ ਇਮਾਨਦਾਰ ਹੋ ਮੁਲਕ ਦੀ ਆਜ਼ਾਦੀ ਵਾਸਤੇ ਅਤੇ ਸਾਰੇ ਥੋੜ੍ਹਾ ਥੋੜ੍ਹਾ ਇਹਦੇ 'ਚੋਂ ਪਾਣੀ ਪੀਓ। ਲੋ, ਹੈਰਾਨਗੀ ਦੀ ਗੱਲ ਹੈ ਕਿ ਸਾਰੇ ਬੜੇ ਬੜੇ ਨੇਤਾ ਸਾਰਿਆਂ ਨੇ ਇੱਕੋ ਬਰਤਨ ਦੇ ਵਿੱਚ ਉਸ ਵੇਲੇ ਪਾਣੀ ਪੀ ਕੇ ਕਸਮ ਖਾਧੀ ਕਿ ਅਸੀਂ ਮਿਲ ਕੇ ਚੱਲਾਂਗੇ ਔਰ ਦੇਸ਼ ਨੂੰ ਆਜ਼ਾਦ ਕਰਵਾਵਾਂਗੇ। ਇਹ ਇੱਕ ਅਲੌਕਿਕ ਦ੍ਰਿਸ਼ ਸੀ। ਐਡਾ ਵੱਡਾ ਜਲੂਸ ਜਾਂ ਸ਼ੋਭਾ ਯਾਤਰਾ ਇਸ ਤੋਂ ਪਹਿਲਾਂ ਕਦੀ ਨਹੀਂ ਸੀ ਨਿਕਲੀ। ਔਰ ਸ਼ਾਮ ਨੂੰ ਸਾਰਾ ਮਸਲਾ ਜਿਹੜਾ ਸੀ ਹੱਲ ਹੋ ਗਿਆ। ਪਰ DC ਜਿਹੜਾ ਅੰਮ੍ਰਿਤਸਰ ਸੀ ਉਹਨੇ ਜਨਰਲ ਜਿਹੜਾ ਓਲਡਵਾਇਰ ਸੀ ਉਹਨੇ ਰਿਪੋਰਟ ਇਹ ਦਿੱਤੀ ਕਿ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਇਕੱਠੇ ਹੋ ਗਏ ਨੇ, ਇਹਨਾਂ ਦਾ ਕੋਈ ਇੰਤਜ਼ਾਮ ਕਰਨਾ ਪਏਗਾ। ਦੂਸਰੇ ਦਿਨ 10 ਤਰੀਕ ਸੀ ਔਰ ਸਵੇਰੇ 10 ਵਜੇ ਡਾਕਟਰ ਸੈਫੂਦੀਨ ਕਿਚਲੂ ਔਰ ਡਾਕਟਰ ਸਤਿਪਾਲ ਨੂੰ ਡਿਪਟੀ ਕਮਿਸ਼ਨਰ ਨੇ ਆਪਣੇ ਘਰ ਬੁਲਾਇਆ ਔਰ ਉਹਨਾਂ ਨੂੰ ਉੱਥੇ ਅਰੈਸਟ ਕਰਕੇ ਧਰਮਸ਼ਾਲਾ ਭੇਜ ਦਿੱਤਾ ਗਿਆ। ਜਿਉਂ ਹੀ ਇਹ ਖਬਰ ਸ਼ਹਿਰ ਵਿੱਚ ਪਹੁੰਚੀ ਤਾਂ ਸਾਰੇ ਲੋਕ ਗਲੀਆਂ ਕੂਚਿਆਂ 'ਚੋਂ ਨਿਕਲ ਕੇ ਸੜਕਾਂ 'ਤੇ ਆ ਗਏ। ਹਾਲ ਬਾਜ਼ਾਰ ਤੋਂ ਨਿਕਲ ਕੇ ਪੁਲ 'ਤੇ ਪਹੁੰਚ ਗਏ, ਜਿਹਨੂੰ ਅੱਜ ਭੰਡਾਰੀ ਪੁਲ ਕਹਿੰਦੇ ਆ, ਉਸ ਵੇਲੇ ਦਾ ਨਾਂ ਲੋਹੇ ਵਾਲਾ ਪੁਲ ਸੀ। ਔਰ ਇਸੇ ਤਰ੍ਹਾਂ ਜਿਹੜਾ ਮਹਾਸ਼ਾ ਰਤੋ ਚੌਧਰੀ ਬੁੱਗਾ ਮੱਲ, ਉਹਨਾਂ ਨੇ ਬਹੁਤ ਵੱਡਾ ਇੱਕ ਜਲੂਸ, ਲਾਲਾ ਦੁਨੀ ਚੰਦ ਵੀ ਸੀ, ਉਹ ਐਚੀਸਨ ਪਾਰਕ ਜਿਹੜਾ ਗੋਲ ਬਾਗ ਦੇ ਵਿੱਚ ਇਕੱਠੇ ਹੋਏ ਔਰ ਉਹ ਉੱਥੋਂ ਚੱਲ ਕੇ ਅਤੇ ਜਿਹੜਾ ਪੌੜੀਆਂ ਵਾਲਾ ਪੁਲ ਸੀ ਜਿਹਨੂੰ ਫੁੱਟ ਬ੍ਰਿਜ ਕਹਿੰਦੇ ਆ, ਉੱਥੇ ਪਹੁੰਚ ਗਏ। ਇਹਨਾਂ ਸਾਰਿਆਂ ਦਾ ਮੇਨ ਮਕਸਦ ਇਹ ਸੀ ਕਿ ਡਿਪਟੀ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕੀਤੀ ਜਾਏ ਕਿ ਤੁਸੀਂ ਸਾਡੇ ਲੀਡਰ ਜਿਹੜੇ ਆ ਉਹਨਾਂ ਨੂੰ ਛੱਡ ਦਿਓ, ਰਿਲੀਜ਼ ਕਰ ਦਿਓ ਤਾਂ ਕਿ ਸ਼ਹਿਰ ਵਿੱਚ ਸ਼ਾਂਤੀ ਹੋਵੇ। ਜਿਸ ਵੇਲੇ ਪੁਲ ਦੇ ਵਿੱਚ ਕਾਫੀ ਜ਼ਿਆਦਾ ਭੀੜ ਸੀ ਤਾਂ ਬ੍ਰਿਟਿਸ਼ ਜਿਹੜੇ ਸਾਡੇ ਉਹਨਾਂ ਦੇ ਮੁਲਾਜ਼ਮ ਸਨ, ਅਫਸਰ ਔਰ ਦੂਸਰੇ ਸਿਪਾਹੀ, ਉਹਨਾਂ ਦੇ ਵਿੱਚ ਕੁਛ ਮਾੜੀ ਜਿਹੀ ਹਰਕਤ ਹੋਈ ਜਿਹਦੇ ਨਾਲ ਗੋਲੀ ਚੱਲੀ ਔਰ 22 ਆਦਮੀ ਉਸ ਵੇਲੇ ਮਾਰੇ ਗਏ। ਭੀੜ ਨੇ ਗੁੱਸੇ 'ਚ ਆ ਕੇ ਕੁਛ ਲਾਸ਼ਾਂ ਚੁੱਕੀਆਂ ਔਰ ਉਹ ਹਾਲ ਬਾਜ਼ਾਰ ਨੂੰ ਨਿਕਲੇ। ਫਿਰ ਜੋ ਜਿਹਦੇ ਹੱਥ ਆਇਆ ਉਹਨੇ ਕੀਤਾ। 3 ਅੰਗਰੇਜ਼ਾਂ ਨੂੰ ਮਾਰ ਦਿੱਤਾ ਗਿਆ। 2 ਅੰਗਰੇਜ਼ੀ ਬੈਂਕ ਜਿਹੜੇ ਸਨ ਉਹਨਾਂ ਨੂੰ ਲੁੱਟ ਲਿਆ ਗਿਆ। ਫਰੀ ਫਾਲ ਆਲ ਹੋ ਗਈ ਔਰ ਰੇਲਵੇ ਗੋਦਾਮ ਜਿਹੜਾ ਸੀ ਉਹਨੂੰ ਲੁੱਟ ਲਿਆ ਗਿਆ। ਗੱਡੀਆਂ ਲਾਈਨਾਂ ਤੋੜ ਦਿੱਤੀਆਂ ਗਈਆਂ। ਟੈਲੀਗ੍ਰਾਫ ਸਿਸਟਮ ਜਿਹੜਾ ਸੀ ਉਹਨੂੰ ਖ਼ਤਮ ਕਰ ਦਿੱਤਾ ਗਿਆ। ਯਾਨੀ ਇੰਝ ਜਾਪਦਾ ਸੀ ਕਿ ਅੱਜ ਸ਼ਹਿਰ ਵਿੱਚ ਖੂਨ ਖਰਾਬਾ ਔਰ ਪੂਰੀ ਤਰ੍ਹਾਂ ਅਰਾਜਕਤਾ ਔਰ ਵਿਵਸਥਾ ਫੈਲ ਗਈ। ਇਸ ਦੇ ਨਾਲ ਹੀ ਇੱਕ ਮੈਡਮ ਮਰਸ਼ਲਾ ਸ਼ੇਰਵੁੱਡ ਸੀ, ਬ੍ਰਿਟਿਸ਼ ਲੇਡੀ ਜਿਹੜੀ ਪੜ੍ਹਾਉਂਦੀ ਸੀ, ਉਹ ਕੌੜਿਆਂ ਵਾਲੇ ਖੂਹ ਤੋਂ ਜਿਸ ਵੇਲੇ ਨਿਕਲ ਰਹੀ ਸੀ ਉੱਥੇ ਕੋਈ ਨੌਜਵਾਨਾਂ ਨੇ ਉਹਨੂੰ ਘਾਇਲ ਕਰ ਦਿੱਤਾ, ਜਿੱਥੇ ਬਾਅਦ 'ਚ ਜਨਰਲ ਡਾਇਰ ਨੇ ਟਿਕਟਿਕੀ ਲਾ ਦਿੱਤੀ
ਔਰ ਉਹ ਲੋਕਾਂ ਨੂੰ ਰੇਂਗ ਕੇ ਉੱਥੋਂ ਚੱਲਣਾ ਪੈਂਦਾ ਸੀ। ਤੋ ਇਹ 11 ਤਰੀਕ ਦੀ ਸਾਰੀ ਗੱਲ ਜਿਹੜੀ ਸੀ ਰਾਤ ਤੱਕ ਖਤਮ ਹੋ ਗਈ, ਮਗਰ ਡਰ ਔਰ ਦਹਿਸ਼ਤ ਦਾ ਮਾਹੌਲ ਇੰਨਾ ਜ਼ਿਆਦਾ ਸੀ। ਲਾਸ਼ਾਂ ਜਿਹੜੀਆਂ ਸਨ ਉਹ ਮਸਜਿਦ ਖੈਰੂਦੀਨ ਜਿਹੜੀ ਹਾਲ ਬਾਜ਼ਾਰ ਦੇ ਅੰਦਰ ਹੈ ਉੱਥੇ ਰੱਖ ਦਿੱਤੀਆਂ ਗਈਆਂ। ਦੂਸਰੇ ਦਿਨ ਜਾ ਕੇ ਲੋਕਾਂ ਨੂੰ ਇਹ ਕਿਹਾ ਗਿਆ ਕਿ ਜਿਹਨੇ ਦਫਨਾਣਾ ਹੈ ਉਹ ਦਫਨਾ ਲੇ, ਜਿਹਨੇ ਸੰਸਕਾਰ ਕਰਨਾ ਸੰਸਕਾਰ ਕਰ ਲੇ। ਔਰ 11 ਤਰੀਕ ਦੀ ਸ਼ਾਮ ਤੱਕ ਇਹ ਸਾਰਾ ਕਲੀਅਰ ਹੋ ਗਿਆ। ਹੁਣ ਸਮਝ ਨਹੀਂ ਸੀ ਆ ਰਹੀ ਇਹਨਾਂ ਲੀਡਰਾਂ ਨੂੰ ਕਿ ਕੀ ਕਰੀਏ। ਅਲਟੀਮੇਟਲੀ ਉਹਨਾਂ ਨੇ ਮਨ ਬਣਾਇਆ ਕਿ 13 ਤਰੀਕ ਨੂੰ ਜਲਿਆਂਵਾਲੇ ਬਾਗ ਦੇ ਵਿੱਚ ਜਲਸਾ ਕੀਤਾ ਜਾਏ ਔਰ ਉਹਦੇ ਵਾਸਤੇ ਕਿਸੇ ਜਗ੍ਹਾ ਮੀਟਿੰਗ ਜਿਹੜੀ ਸੀ ਉਸ ਦਾ ਆਯੋਜਨ ਕਰਨਾ ਸੀ। ਪਰ ਕੋਈ ਵੀ ਸ਼ਹਿਰੀ, ਕੋਈ ਵੀ ਇੰਸਟੀਟਿਊਸ਼ਨ ਦਾ ਹੈੱਡ ਉਹਨਾਂ ਨੂੰ ਇਜਾਜ਼ਤ ਦੇਣ ਨੂੰ ਤਿਆਰ ਨਹੀਂ ਸੀ ਕਿ ਸਾਰੇ ਬ੍ਰਿਟਿਸ਼ ਗੌਰਮੈਂਟ ਕੋਲੋਂ ਡਰਦੇ ਸਨ। ਅਲਟੀਮੇਟਲੀ ਢਾਬ ਖਟੀਕਾਂ 'ਤੇ ਹਿੰਦੂ ਸਭਾ ਸਕੂਲ ਔਰ ਕਾਲਜ ਦੀ ਜਿਹੜੀ ਮੈਨੇਜਮੈਂਟ ਸੀ ਉਹਨੇ ਇਹਨਾਂ ਸਾਰੇ ਸੁਤੰਤਰਤਾ ਸੈਨਾਨੀਆਂ ਨੂੰ ਇਜਾਜ਼ਤ ਦੇ ਦਿੱਤੀ ਕਿ ਤੁਸੀਂ ਸਾਡੇ ਸਕੂਲ 'ਚ ਮੀਟਿੰਗ ਕਰ ਸਕਦੇ ਹੋ। ਤੋ 12 ਵਜੇ ਸ਼ਾਮ ਨੂੰ ਮੀਟਿੰਗ ਕੀਤੀ ਗਈ ਔਰ ਅਨਾਊਂਸ ਕੀਤਾ ਗਿਆ ਕਿ ਕੱਲ੍ਹ 13 ਅਪ੍ਰੈਲ 4 ਵਜੇ ਜਲਿਆਂਵਾਲੇ ਬਾਗ ਦੇ ਅੰਦਰ ਲਾਲਾ ਕਨ੍ਹਈਆ ਲਾਲ ਭਾਟੀਆ ਉਹਦੀ ਅਧਿਅਕਸ਼ਤਾ ਵਿੱਚ ਜਿਹੜੀ ਹੈ ਇਹ ਮੀਟਿੰਗ ਕੀਤੀ ਜਾਏਗੀ ਔਰ ਉੱਥੇ ਇਹ ਮੰਗ ਰੱਖੀ ਜਾਏਗੀ ਕਿ ਰੌਲਟ ਐਕਟ ਜਿਹੜਾ ਉਸ ਨੂੰ ਵਾਪਸ ਲਿਆ ਜਾਏ ਔਰ ਡਾਕਟਰ ਸੈਫੂਦੀਨ ਕਿਚਲੂ ਔਰ ਸਤਪਾਲ ਜਿਹੜੇ ਹੈ ਉਹਨਾਂ ਨੂੰ ਰਿਲੀਜ਼ ਕੀਤਾ ਜਾਏ, ਛੱਡਿਆ ਜਾਏ। ਔਰ ਦੂਸਰੇ ਦਿਨ ਫਿਰ ਜਾ ਕੇ ਉਹਨਾਂ ਨੇ ਜਲਿਆਂਵਾਲੇ ਬਾਗ 'ਚ ਮੀਟਿੰਗ ਕੀਤੀ। ਅੱਛਾ, ਹੁਣ ਇਹਦੇ 'ਚ ਇਹ ਸੀ ਕਿ ਉਸ ਦਿਨ ਵਿਸਾਖੀ ਦਾ ਦਿਨ ਸੀ ਤਾਂ ਨੈਚੁਰਲੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹਜ਼ਾਰਾਂ ਹਿੰਦੂ ਸਿੱਖ ਜਿਹੜੇ ਹਨ, ਅਸੀਂ ਕਿਉਂਕਿ ਇਸ ਦਿਨ ਨੂੰ ਬੜਾ ਸ਼ੁਭ ਮੰਨਦੇ ਹਾਂ ਤਾਂ ਸਾਰੇ ਮੱਥਾ ਟੇਕਣ ਵਾਸਤੇ ਆਉਂਦੇ ਸਨ। ਉਹ ਵੀ ਸ਼੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਸ਼ੀਰਵਾਦ ਲੈਣ ਤੋਂ ਬਾਅਦ ਜਲਿਆਂਵਾਲੇ ਬਾਗ 'ਚ ਇਕੱਠੇ ਹੋ ਗਏ। ਜਿਹੜਾ ਮੇਲਾ ਲੱਗਦਾ ਸੀ ਪਸ਼ੂਆਂ ਦਾ ਮਾਲ ਮੰਡੀ 'ਚ, ਅੰਗਰੇਜ਼ਾਂ ਨੇ ਉਸ ਦਿਨ ਬੰਦ ਕਰਵਾ ਦਿੱਤਾ, ਉਹ ਵੀ ਲੋਕ ਇੱਥੇ ਇਕੱਠੇ ਹੋ ਗਏ। ਗੱਲ ਤਾਂ ਸਾਰੀ ਇਹ ਸੀ ਕਿ ਬਈ ਇਹ ਜਿਹੜਾ ਜਲਸਾ ਅਸੀਂ ਕਰ ਰਹੇ ਹਾਂ ਬੜਾ ਪੀਸਫੁਲ ਸੀ, ਕੋਈ ਉਹਦੇ 'ਚ ਉਲਝਣ ਨਹੀਂ ਸੀ, ਕੋਈ ਕਿਸੇ ਦੇ ਖਿਲਾਫ ਨਾਅਰਾ ਨਹੀਂ ਸੀ। ਔਰ ਜਨਰਲ ਡਾਇਰ ਦੇ ਆਉਣ ਤੋਂ ਪਹਿਲਾਂ 8 ਆਦਮੀ ਬੋਲ ਚੁੱਕੇ ਸਨ ਔਰ ਇੱਕ ਬ੍ਰਿਜ ਬੇਕਲ ਨਾਂ ਦਾ ਵਕੀਲ ਸੀ ਜਿਹੜਾ ਉਸ ਵੇਲੇ ਇੱਕ ਆਪਣੀ ਕਵਿਤਾ ਪੜ੍ਹ ਰਿਹਾ ਸੀ। ਮੈਂ ਉਹ ਕਵਿਤਾ ਦਾ ਅਨੁਮਾਨ ਇਸ ਤਰ੍ਹਾਂ ਸੀ कि अफसर आला ने हमको आज दी हैं धमकियाँ कि बाजू काट देंगे हम, परों को नोच लेंगे हम, मगर हर खिज़ां के बाद मौसम बहार लाजिम है हजूर, खुद ब खुद निकल आएंगे पर तब गूंचे खिल उठेंगे। कि इस गल की सानू चिंता नहीं कि सानू ब्रिटिश सरकार ने धमकी दी है वे सानू मार भी देंगे, कोई गल नहीं, क्योंकि अगर टाणी तो पत्ते झड़ जान तो फिर गूंचे खिल उठते हैं, इस तरह असी फिर खड़े होकर आज़ादी लवांगे। तो ये अजीज़ अहमद, गुरबख्श राय, राम राय और होर 8 के करीब आदमी बोल बैठे सन। तो जिसले जनरल डायर अपने बंदियां नूं लै के वो छोटी जी गली के अंदरों निकल के सामने गया, तो क्योंकि जिहड़े लीडर सन उन्हां दी पिठ सी इस पासे, लोकां दा जिहड़ा चेहरा इस पासे सी, तो लोगों ने आवाज़ दी आगे 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 इस तरह के नारे वजे और नाल उन्हें बगैर वार्निंग दित्तियां जनरल डायर ने गोली चला दी। लोगों ने समझा कि ये फुकियां मारदा पिया, तो फिर आवाज़ आई फुकियां फुकियां, पर इमीडिएटली जिसले गोलियां चलनियां शुरू हो गई, लोग मरन लग पे, जख्मी होने लग पे, फिर भगदड़ मच गई। भगदड़ जिसले मची फिर लोग नशे पिछा नूं जड़ी जड़ी गली पिछले पासे दौड़े। तुसीं देखो जलिआंवाले बाग के अंदर दूर दूर तक गोलियां दे निशान ने। कई लोग उत्थे चढ़ के दरवाज़ियां तो गली पार करना चाहते सन, पर उत्थे गोली वजी, वो मर गए। कुछ दौड़ते खूह च विच सी, उत्थे डिग पे, क्योंकि ये जिहड़ा बाग सी ये जलियां दा बाग सी। हिम्मत सिंह एक सरदार नाभा दा महाराजे दा ये प्राइम मिनिस्टर सी और महाराजा रणजीत सिंह दा भी ये एडवोकेट रहा। तो इन्हां दा सारा बाग सी। बाग के अंदर कोई लम्मी चौड़ी गल नहीं सी, ये तो कूड़ा ही लोग आले दुआले सुटते सन, या दोपहर के वेले सर्दियां नूं लोग उत्थे धुप सेकन चले जाते सन, या लोगों ने शाम नूं बैठ के बजुर्गों ने अपना वक्त कटते सन। तो इस तरह करके सारी घटना हुई। मज़े की गल है कि शाम नूं जदों इत्थे गोली चली है तो 11 तरीक रात नूं उसले किला गोबिंदगढ़ दे विच मीटिंग हुई, जिहदे च उसले फैसला किया लै रहे सन
ਕਿ ਲੋਕਾਂ ਨੂੰ ਨਿਯੰਤਰਣ 'ਚ ਕਰਨ ਵਾਸਤੇ ਕੀ ਕਰੀਏ। ਉਹਨਾਂ ਕਿਹਾ ਕਿ ਸ਼ਹਿਰ 'ਚ ਬੰਬਾਰਡਮੈਂਟ ਕਰ ਦਿੱਤੀ ਜਾਵੇ। ਉਸ ਵੇਲੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਸਨ ਮਿਸਟਰ ਵਾਦਨ, ਔਰ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਬੜਾ ਭਾਰੀ ਨੁਕਸਾਨ ਹੋਏਗਾ, ਕਿਉਂਕਿ ਸਾਡੀਆਂ ਫੌਜਾਂ ਦੇ ਵਿੱਚ ਪੰਜਾਬੀ ਬਹੁਤ ਤਾਦਾਦ 'ਚ ਹੈ, ਵਿਸ਼ੇਸ਼ ਕਰਕੇ ਸਿੱਖ ਹੈ, ਔਰ ਸਾਡੇ ਸ਼੍ਰੀ ਦਰਬਾਰ ਸਾਹਿਬ ਔਰ ਆਲੇ ਦੁਆਲੇ ਬਰਬਾਦੀ ਹੋਏਗੀ, ਤਾਂ ਬਿਹਤਰ ਹੈ ਕੰਮ ਨਾ ਕੀਤਾ ਜਾਏ। ਫਿਰ ਇਸ ਨੂੰ ਵਿਡਰਾ ਕਰ ਲਿਆ ਗਿਆ, ਪਰ ਮਾਰਸ਼ਲ ਲਾ ਦਿੱਤਾ ਗਿਆ। ਜਲਿਆਂਵਾਲੇ ਬਾਗ ਜਿਹੜੇ ਲੋਕ ਜ਼ਖਮੀ ਹੋ ਗਏ, ਉਹਨਾਂ ਨੂੰ ਕਿਸੇ ਨੂੰ ਬਾਹਰ ਜਾਣ ਦੀ ਇਜਾਜ਼ਤ ਨਾ ਦਿੱਤੀ ਗਈ, ਉਹਨਾਂ ਦਾ ਇਲਾਜ ਕਰਨ ਵਾਸਤੇ ਕੋਈ ਨਾ ਆਇਆ। ਸਾਰੀ ਰਾਤ ਲੋਕ ਉੱਥੇ ਤੜਫਦੇ ਰਹੇ, ਔਰ ਪਾਣੀ ਕਰਕੇ ਕਈ ਆਪਣੀ ਜਾਨ ਦੇ ਬੈਠੇ। ਇਹ ਐਡਾ ਵੱਡਾ ਹਾਦਸਾ ਸਾਡੇ ਇਤਿਹਾਸ ਵਿੱਚ ਹੋਇਆ, ਬਲਕਿ ਦੁਨੀਆ ਦੇ ਇਤਿਹਾਸ ਵਿੱਚ ਹੋਇਆ, ਜਿਹਦੇ ਨਾਲ ਜਿਸ ਵੇਲੇ ਖਬਰ ਇਹ ਪਹੁੰਚੀ ਹਿੰਦੁਸਤਾਨ ਦੇ ਅੰਦਰ, ਮਹਾਤਮਾ ਗਾਂਧੀ ਨੂੰ ਜਿਹੜੀ ਉਪਾਧੀ ਸੀ ਉਹਨਾਂ ਉਹ ਵਾਪਸ ਕਰਤੀ। ਰਵਿੰਦਰ ਨਾਥ ਟੈਗੋਰ ਨੇ ਨਾਈਟਹੁੱਡ ਜਿਹੜੀ ਸੀ ਉਹਨਾਂ ਨੂੰ ਮਿਲੀ ਉਹ ਛੱਡ ਦਿੱਤੀ। ਇਸੇ ਤਰ੍ਹਾਂ ਮੁਹੰਮਦ ਅਲੀ ਜਿੰਨਾ ਜਿਹੜਾ ਸੀ, ਜਿਹਨੇ ਪਾਕਿਸਤਾਨ ਬਾਅਦ 'ਚ ਬਣਾਇਆ, ਉਹਨੇ ਆਪਣੀ ਮੈਂਬਰਸ਼ਿਪ ਤਿਆਗ ਦਿੱਤੀ, ਔਰ ਇਸੇ ਤਰ੍ਹਾਂ ਤਾਮਿਲਨਾਡੂ ਦੇ ਕਈ ਬੰਦਿਆਂ ਨੇ ਛੱਡ ਦਿੱਤਾ। ਪੰਡਿਤ ਮੋਤੀ ਲਾਲ ਨਹਿਰੂ ਨੇ ਆਪਣੇ ਘਰ ਤੋਂ ਸਾਰਾ ਫਰਨੀਚਰ ਕੱਢ ਕੇ ਬਾਹਰ ਅੱਗ ਲਾ ਦਿੱਤੀ, ਔਰ ਇੱਕ ਪ੍ਰੋਟੈਸਟ ਸੀ। ਔਰ ਫਿਰ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਅੰਦਰ ਇੱਕ ਕਾਂਗਰਸ ਦਾ ਬੜਾ ਵੱਡਾ ਪਹਿਲੀ ਵਾਰੀ ਇੱਕ ਅਜਲਾਸ ਰੱਖਿਆ ਗਿਆ, ਜਿਹੜਾ 28, 29, 30, 31 ਨੂੰ ਛੱਡ ਕੇ ਫਿਰ ਪਹਿਲੀ ਨੂੰ ਫਿਰ ਹੋਇਆ 19 ਔਰ 20 ਦਾ ਇਹ ਅਜਲਾਸ ਸੀ, ਜਿਹਦੇ 'ਚ ਪੰਡਿਤ ਮੋਤੀ ਲਾਲ ਨਹਿਰੂ, ਮਹਾਤਮਾ ਗਾਂਧੀ, ਫਿਰ ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਔਰ ਉਸ ਦੇ ਨਾਲ ਮੌਲਾਨਾ ਆਜ਼ਾਦ, ਸ਼ੌਕਤ ਅਲੀ, ਮੁਹੰਮਦ ਅਲੀ, ਡਾਕਟਰ ਹਾਫਿਜ਼ ਮੁਹੰਮਦ ਬਸ਼ੀਰ, ਫਿਰ ਬਦਰੁਲ ਇਸਲਾਮ, ਤੋਂ ਬੜੇ ਬੜੇ ਨੇਤਾ ਇੱਥੇ ਆਏ ਜਿਨ੍ਹਾਂ ਨੇ ਆ ਕੇ ਇੱਥੇ ਭਾਸ਼ਣ ਦਿੱਤੇ। ਮਗਰ ਮੈਂ ਇਹ ਕਹਿ ਸਕਣਾ ਕਿ ਜਲਿਆਂਵਾਲੇ ਬਾਗ ਦੇ ਵਿੱਚ ਸ਼ਹੀਦਾਂ ਦਾ ਜਿਹੜਾ ਖੂਨ ਸੀ, ਉਹਨੇ ਸੁਤੰਤਰਤਾ ਸੰਘਰਸ਼ ਨੂੰ ਤੀਬਰਤਾ ਪ੍ਰਦਾਨ ਕਰ ਦਿੱਤੀ, ਔਰ ਦੇਸ਼ ਅੰਗਰੇਜ਼ਾਂ ਦੇ ਬਿਲਕੁਲ ਖਿਲਾਫ ਹੋ ਗਿਆ। 1919 ਤੋਂ ਪਹਿਲਾਂ ਹਿੰਦੁਸਤਾਨ ਅੰਗਰੇਜ਼ਾਂ ਦੇ ਕੋਲ ਸੀ, ਮਗਰ 1919 ਤੋਂ ਬਾਅਦ ਹਿੰਦੁਸਤਾਨ ਮਹਾਤਮਾ ਗਾਂਧੀ ਦੇ ਕਾਬੂ ਆ ਗਿਆ, ਉਹਨਾਂ ਦੇ ਕੋਲ ਇਹ ਆ ਗਿਆ, ਔਰ ਫਿਰ ਜੋ ਗਾਂਧੀ ਜੀ ਕਹਿੰਦੇ ਰਹੇ ਉਸ ਤਰ੍ਹਾਂ ਹਿੰਦੁਸਤਾਨੀ ਕਰਦੇ ਰਹੇ। ਅਲਟੀਮੇਟਲੀ ਭਾਰਤ ਨੂੰ ਆਜ਼ਾਦੀ ਮਿਲੀ, ਔਰ ਅੱਜ ਅਸੀਂ ਸਾਰੇ ਆਜ਼ਾਦ ਦੇਸ਼ ਦੇ ਵਸਿੰਦੇ ਹਾਂ, ਔਰ ਇਹ ਸਾਰਿਆਂ ਦੀ ਖਵਾਹਿਸ਼ ਹੈ ਕਿ ਦੇਸ਼ ਸਾਡਾ ਵਿਕਾਸ ਕਰੇ, ਅੱਗੇ ਵਧੇ, ਹਰ ਆਦਮੀ ਜਿਹੜਾ ਗਰੀਬ ਹੈ ਉਹ ਵੀ ਤਰੱਕੀ ਕਰੇ, ਉਹਨੂੰ ਵੀ ਰੋਟੀ ਰੋਜ਼ੀ ਦੇ ਸਾਧਨ ਹੋਣ, ਬੱਚਿਆਂ ਨੂੰ ਐਜੂਕੇਸ਼ਨ ਮਿਲੇ, ਔਰ ਸਭ ਦੇ ਕਾਰੋਬਾਰ ਠੀਕ ਚੱਲਣ, ਮਜ਼ਬੂਤ ਮੁਲਕ ਬਣਾਈਏ, ਚੰਗੇ ਸਮਾਜ ਦਾ ਨਿਰਮਾਣ ਕਰੀਏ, ਸਾਰੇ ਧਰਮਾਂ ਦੇ ਲੋਕ ਮਿਲ ਕੇ ਚੱਲੀਏ, ਔਰ ਇੱਕ ਨਵਾਂ ਮੈਸੇਜ ਦੁਨੀਆ ਨੂੰ ਅਸੀਂ ਦਈਏ, ਜਿਹਨੂੰ ਅੱਜ ਵੀ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਕਿ ਅਸੀਂ ਵਾਸੂਦੇਵ ਕੁਟੁੰਬਕਮ, ਯਾਨੀ ਸਾਰੀ ਦੁਨੀਆ ਜਿਹੜੀ ਹੈ ਇੱਕ ਹੀ ਪਰਮ ਪਿਤਾ ਪਰਮੇਸ਼ਵਰ ਦੀ ਔਲਾਦ ਹੈ। ਇਹ ਸਾਡੇ ਗੁਰੂ ਸਾਹਿਬਾਨ ਦਾ ਪੈਗਾਮ ਹੈ, ਇਹ ਰਿਸ਼ੀ ਮੁਨੀ ਪੀਰ ਪੈਗੰਬਰਾਂ ਦਾ ਸੰਦੇਸ਼ ਹੈ, ਔਰ ਇਹਦੇ ਉੱਤੇ ਚੱਲਣਾ ਚਾਹੀਦਾ। ਕਿੰਨੇ ਕੁ ਪ੍ਰੋਫੈਸਰ ਸਾਹਿਬ ਉਸੇ ਇਕੱਠ ਸੀਗਾ, ਕਿਉਂਕਿ ਇਹ ਵੀ ਬੜੀ ਵੱਡੀ ਇਤਿਹਾਸ ਦੀ ਗੱਲ ਹੈ। ਜੇ ਗੱਲ ਕਰੀਏ ਆਪਾਂ ਉਹਦੀ ਰਿਕਾਰਡ ਦੀ, ਤੇ ਰਿਕਾਰਡ ਦੇ ਵਿੱਚ ਹਾਲੇ ਜਲਿਆਂਵਾਲੇ ਬਾਗ ਦੇ ਬੰਦੇ ਜਿਹੜੇ ਨੇ, ਹਾਲੇ ਤੱਕ ਨਹੀਂ ਉਹਨਾਂ ਦੀ ਜਿਹੜੀ ਲਿਸਟ ਪੂਰੀ ਤਰ੍ਹਾਂ ਤਿਆਰ ਹੋ ਸਕੀ। ਕੈਪਟਨ ਸਾਹਿਬ ਨੇ ਵੀ ਇੱਥੇ ਆਨਰ ਕੀਤਾ ਉਹਨਾਂ ਨੂੰ, ਪਰ ਜਿਹੜੀ ਉਹਨਾਂ ਕੋਲ ਲਿਸਟ ਬਣੀ ਸੀ ਪੱਕੇ ਤੌਰ 'ਤੇ, ਉਹ ਵੀ ਹਾਲੇ ਥੋੜ੍ਹੀ ਜਿਹੀ ਡਾਈਸੀ ਸੀ। ਤੁਸੀਂ ਕੀ ਸਮਝਦੇ ਕਿੰਨਾ ਕੁ ਬੰਦਾ ਸੀਗਾ ਜਿਨ੍ਹਾਂ ਦੀ ਉੱਥੇ ਡੈਥ ਹੋਈ, ਕਿੰਨੇ ਕੁ ਬਚ ਗਏ ਉਹਨਾਂ 'ਚੋਂ, ਜਾਂ ਟੋਟਲ ਕਿੰਨਾ ਜਲਸਾ ਹੋਇਆ ਸੀ? ਦੇਖੋ, ਆਮ ਹੈ ਕਿ ਫੌਜ ਦੇ ਮੁਤਾਬਕ 3 ਗੋਲੀਆਂ ਅਗਰ ਚੱਲਣ ਤਾਂ ਇੱਕ ਆਦਮੀ ਮਾਰਿਆ ਜਾਂਦਾ। 1600 ਰਾਊਂਡ ਉਸ ਵੇਲੇ ਉੱਥੇ ਚੱਲੇ ਸਨ, ਅਤੇ 1600 ਨੂੰ ਤੁਸੀਂ ਤਕਸੀਮ ਕਰ ਲਓ। ਉੱਥੇ ਦੇ ਬ੍ਰਿਟਿਸ਼ ਗੌਰਮੈਂਟ ਦਾ ਜਿਹੜਾ ਰਿਕਾਰਡ ਹੈ ਉਹਦੇ 379 ਆਦਮੀ ਨੇ, ਔਰ ਜ਼ਖਮੀ ਜਿਹੜੇ ਉਹ 500 ਤੋਂ ਉੱਤੇ ਹੈ। ਇਹਦੇ ਬਾਅਦ ਪੰਡਿਤ ਮਦਨ ਮੋਹਨ ਮਾਲਵੀਆ ਔਰ ਦੂਸਰਿਆਂ ਨੇ ਜਿਹੜਾ ਕਿਹਾ, ਉਹਨਾਂ ਕਿਹਾ ਕਿ 500 ਤੋਂ ਜ਼ਿਆਦਾ ਆਦਮੀ ਮਾਰਿਆ ਗਿਆ, 1000 ਤੋਂ ਉੱਤੇ ਜ਼ਖਮੀ ਹੈ। ਉਹਦੀ ਮੁਸ਼ਕਿਲ ਇਹ ਆਉਂਦੀ ਪਈ ਹੈ ਕਿ ਡਰ ਇੰਨਾ ਉਸ ਵੇਲੇ ਪੈ ਗਿਆ ਕਿ ਜਿਨ੍ਹਾਂ ਦੇ ਲੋਕ ਜ਼ਖਮੀ ਹੋ ਗਏ, ਉਹ ਦੂਸਰੇ ਦਿਨ ਉਹਨਾਂ ਦੀਆਂ ਉਹ ਚੁੱਕ ਕੇ ਉਹਨਾਂ ਨੂੰ ਲੈ ਗਏ, ਜਾਂ ਲਾਸ਼ਾਂ ਨੂੰ ਲੈ ਗਏ, ਔਰ ਦੂਰ ਤੱਕ ਆਪਣੇ ਜਾ ਕੇ ਉਹਨਾਂ ਕਿਸੇ ਨੂੰ ਦੱਸਿਆ ਹੀ ਨਹੀਂ। ਅਤੇ ਜੇ ਕੋਈ ਜ਼ਖਮੀ ਹੋ ਕੇ ਬਾਹਰ ਚਲਾ ਗਿਆ, ਉਹਨੇ ਸਰਕਾਰ ਤੋਂ ਇਲਾਜ ਨਹੀਂ ਕਰਾਇਆ, ਤਾਂ ਉਹਦਾ ਵੀ ਨਹੀਂ ਪਤਾ ਲੱਗਾ, ਕਿਉਂਕਿ ਲੋਕ ਡਰਦੇ ਇੰਨੇ ਜ਼ਿਆਦਾ ਸਨ। ਇਸ ਕਰਕੇ ਇਹਦਾ ਕੋਈ ਐਗਜ਼ੈਕਟ ਨੰਬਰ ਨਹੀਂ ਅੱਜ ਤੱਕ ਵੀ ਕਨਫਰਮ ਕੀਤਾ ਜਾ ਸਕੇ। ਤੁਸੀਂ ਇਤਿਹਾਸ ਦੇ ਪ੍ਰੋਫੈਸਰ ਹੈ, ਤੁਹਾਡੇ ਮੁਤਾਬਕ ਜੇ ਅੰਦਾਜ਼ੇ ਦੀ ਗੱਲ ਕਰੀਏ ਤੇ ਚਲੋ ਆਫੀਸ਼ੀਅਲ ਰਿਕਾਰਡ ਦੀ ਗੱਲ ਨਹੀਂ ਕਰ ਰਿਹਾ ਮੈਂ, ਲੇਕਿਨ ਜੇ ਅੰਦਾਜ਼ੇ ਦੀ ਗੱਲ ਕਰੀਏ, ਜਿਸ ਤਰ੍ਹਾਂ ਫੱਟੜ ਹੋਏ ਲੋਕ ਜਿਨ੍ਹਾਂ ਨੂੰ ਕਿਸੇ ਨੇ ਪੁੱਛਿਆ ਨਹੀਂ, ਉਹਨੂੰ ਰਿਸ਼ਤੇਦਾਰ ਲੈ ਕੇ,
ਟੋਟਲ ਜੇ ਕੈਜੁਅਲਟੀਜ਼ ਕਿੰਨੀਆਂ ਤੇ ਕਿੰਨੀਆਂ ਤੁਹਾਡੇ ਮੁਤਾਬਕ ਹੋਈਆਂ ਹੋਣਗੀਆਂ? ਵੇਖੋ ਕੋਈ 450 ਦੇ ਕਰੀਬ ਤੇ ਸ਼ਹੀਦ ਹੋ ਗਿਆ ਤੇ ਬਾਕੀ ਜਿਹੜਾ ਸੀ ਉਹ ਨਾ ਕਰਦਿਆਂ 1000 ਦੇ ਕਰੀਬ ਜਿਹੜਾ ਸੀ ਉਹ ਜ਼ਖਮੀ ਹੋਇਆ, ਕਿਉਂਕਿ ਗੋਲੀਆਂ ਸਿੱਧੀਆਂ ਚਲਦੀਆਂ ਰਹੀਆਂ ਜਿਹੜੇ ਪਾਸੇ ਲੋਕ ਸਨ। ਗੋਲੀਆਂ ਨਹੀਂ, ਜੇ ਤੇ ਫਾਇਰਿੰਗ ਹੁੰਦੀ ਉੱਪਰ ਲੋਕ ਵੱਜ ਜਾਂਦੇ। ਇਹ ਉਹਨੇ ਵਾਰਨਿੰਗ ਦੇਣ ਤੋਂ ਬਗੈਰ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਤਾਂ ਫਰੀ ਨਾਲ ਫਰੀ ਦੀ ਗੋਲੀ ਸੀ। ਤਾਂ ਨੈਚੁਰਲੀ ਕਈ ਵਾਰੀ ਇੱਕ ਇਹ ਤਾਂ ਕਹਿੰਦੇ ਜ਼ਰੂਰ ਨੇ ਕਿ 3 ਗੋਲੀਆਂ ਚੱਲਣ ਤੇ ਇੱਕ ਬੰਦਾ ਮਰਦਾ, ਕਈ ਵਾਰੀ ਹਰ ਗੋਲੀ ਦੇ ਉੱਤੇ ਹੀ ਅਸੀਂ ਜਗ੍ਹਾ ਤੇ ਸੱਟ ਲੱਗ ਜਾਂਦੀ ਜਿੱਥੇ ਆਦਮੀ ਆਪਣੀ ਜਾਨ ਦੇ ਜਾਂਦਾ। ਤੋ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਸ ਦਾ। ਕਿੰਨਾ ਕੁ ਇਕੱਠ ਸੀਗਾ ਜਿਹੜਾ ਟੋਟਲ ਜਿਹੜਾ ਜਲਸੇ ਦਾ ਅੰਦਾਜ਼ਾ? ਕਰੀਬ 20,000 ਦੇ ਕਰੀਬ ਆਦਮੀ ਸੀ। ਕਈ ਜਗ੍ਹਾ ਤੇ 25,000 ਲਿਖਿਆ, ਕਿਤੇ 30 ਲਿਖਿਆ, ਪਰ 20 ਤੋਂ ਉੱਪਰ ਹੀ ਸੀ, ਘੱਟ ਨਹੀਂ ਸੀ। ਕਿਉਂਕਿ ਇੱਥੋਂ ਇਹ ਪਤਾ ਲੱਗਦਾ ਜਿਸ ਵੇਲੇ 11 ਤਰੀਕ ਨੂੰ ਇਹ ਸਾਰੇ ਲੋਕ ਜਲੂਸ ਕੱਢ ਕੇ ਆਏ ਹੈ, ਤਾਂ ਉਸ ਵੇਲੇ 50,000 ਦੀ ਰਿਪੋਰਟ ਬ੍ਰਿਟਿਸ਼ ਗੌਰਮੈਂਟ ਦੀ ਸੀ ਕਿ 50,000 ਆਦਮੀ ਇਹ ਹਾਲ ਬਾਜ਼ਾਰ, ਕਰੜਾ ਸ਼ੇਰ ਸਿੰਘ, ਹਾਥੀ ਗੇਟ, ਲੋਹਗੜ੍ਹ ਗੇਟ, ਲੌਰੀ ਗੇਟ, ਸਿਕੰਦਰੀ ਗੇਟ ਔਰ ਆਲੂ ਵਾਲਾ ਕਰੜਾ, ਸ਼੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਇੰਨੀ ਦੁਨੀਆ ਸੜਕਾਂ ਦੇ ਉੱਤੇ, ਉਹ ਕਹਿੰਦਾ ਸਿਰ ਹੀ ਸਿਰ ਨਜ਼ਰ ਆਉਂਦੇ ਸਨ। ਇੰਝ ਪਤਾ ਲੱਗਦਾ ਸੀ ਕਿ ਸਾਰਾ ਸ਼ਹਿਰ ਹੀ ਬਾਹਰ ਨਿਕਲ ਆਇਆ। ਤਾਂ ਨੈਚੁਰਲੀ ਅਗਰ ਉਦੋਂ 50,000 ਸਨ ਤੇ ਉੱਥੇ ਵੀ ਲੋਕ ਗਏ ਹੋਣ। ਲੋਕਾਂ ਨੂੰ ਇਹ ਪਤਾ ਨਹੀਂ ਸੀ ਕਿ ਇੱਥੇ ਗੋਲੀ ਚੱਲਣੀ ਹੈ। ਲੋਕ ਤਾਂ ਗਏ ਸਨ ਜਲਸਾ ਸੁਣਨ ਵਾਸਤੇ, ਕਈ ਜ਼ਰਾ ਆਰਾਮ ਕਰਨ ਵਾਸਤੇ ਚਲੇ ਜਾਂਦੇ। ਤਾਂ ਉਹ ਇਹ ਘਟਨਾ ਬੜੀ ਜ਼ਬਰਦਸਤ ਔਰ ਸਾਡੇ ਹਿੰਦੁਸਤਾਨੀਆਂ ਵਾਸਤੇ ਬੜਾ ਖਤਰਨਾਕ ਸੀ, ਬੜੀ ਅਫਸੋਸਨਾਕ ਸੀ, ਦੁਖਦਾਈ ਸੀ। ਭਗਤ ਸਿੰਘ ਤੇ ਫਿਰ ਸ਼ਹੀਦ ਊਧਮ ਸਿੰਘ ਨੇ ਜਿਹੜਾ ਦੋਵਾਂ ਦਾ ਉਹਨਾਂ ਦੀ ਫਿਰ ਕਹਾਣੀ ਸ਼ੁਰੂ ਹੁੰਦੀ ਹੈ, ਉਹਨਾਂ ਦਾ ਥੋੜਾ ਜ਼ਿਕਰ ਥੋੜਾ ਜਿਹਾ। ਹਾਂ, ਸ਼ਹੀਦ ਊਧਮ ਸਿੰਘ ਉਸ ਵੇਲੇ ਇਹ ਕਿਹਾ ਜਾਂਦਾ ਕਿ ਉਹ ਇੱਥੇ ਸਨ ਔਰ ਉਹਨਾਂ ਇਸੇ ਮਿੱਟੀ ਦੀ ਕਸਮ ਖਾਧੀ। ਇਹ ਗੱਲ 1919 ਦੀ ਹੈ। ਔਰ ਉਸ ਤੋਂ ਬਾਅਦ ਉਹ ਬ੍ਰਿਟੇਨ ਚਲੇ ਗਏ। ਬ੍ਰਿਟੇਨ ਜਾ ਕੇ ਉਹਨਾਂ ਨੇ ਉੱਥੇ ਜਿਹੜਾ ਓਲਡ ਵਾਇਰ ਸੀ, ਡਾਇਰ ਔਰ ਓਲਡ ਵਾਇਰ 'ਚ ਫਰਕ ਹੈ। ਡਾਇਰ ਉਹ ਆਦਮੀ ਸੀ ਜਿਹਨੇ ਗੋਲੀ ਚਲਾਈ ਔਰ ਸਾਡੇ ਬੰਦਿਆਂ ਨੂੰ ਸ਼ਹੀਦ ਕੀਤਾ। ਓਲਡ ਵਾਇਰ ਪੰਜਾਬ ਦਾ ਗਵਰਨਰ ਸੀ। ਓਲਡ ਵਾਇਰ ਜਿਹੜਾ ਸੀ, ਕਿਉਂਕਿ 1942 ਦੇ ਵਿੱਚ ਉੱਥੇ ਦੁਬਾਰਾ ਅੰਦੋਲਨ ਚੱਲ ਪਿਆ ਸੀ ਹਿੰਦੁਸਤਾਨ 'ਚ, 1939 ਤੋਂ ਲੈ ਕੇ ਇਹ 45 ਤੱਕ ਚੱਲਿਆ। ਤਾਂ ਉਹ ਜਿਸ ਵੇਲੇ ਲੜਾਈ ਖਤਮ ਹੋਈ ਹੈ, ਉਹ ਜਿਹੜਾ ਓਲਡ ਵਾਇਰ ਗਵਰਨਰ ਸੀ, ਉਹਨੇ ਉੱਥੇ ਇੱਕ ਮੀਟਿੰਗ ਬੁਲਾਈ ਹਾਲ 'ਚ। ਉਹਨੇ ਕਿਹਾ ਕਿ ਤੁਸੀਂ ਮੈਨੂੰ ਫਿਰ ਇੱਕ ਵਾਰੀ ਭੇਜ ਕੇ ਦੇਖੋ। ਮੈਂ ਉਦੋਂ 1919 'ਚ ਹਿੰਦੁਸਤਾਨੀ ਜਿਹੜੇ ਸਨ ਸਿੱਧੇ ਕਰ ਦਿੱਤੇ ਸਨ, ਅਤੇ ਮੈਨੂੰ ਉੱਥੇ ਜਾਣ ਦਿਓ। ਤਾਂ ਉਸੇ ਵੇਲੇ ਸ਼ਹੀਦ ਊਧਮ ਸਿੰਘ ਹਰਾਂ ਨੇ ਆਪਣੀ ਕਿਤਾਬ ਜਿਹੜੀ ਸੀ ਉਹ ਖੋਲ੍ਹੀ ਔਰ ਉਹਦੇ ਵਿੱਚ ਉਹਨਾਂ ਨੇ ਪਿਸਟਲ ਸੀ ਰੱਖੀ ਔਰ ਉਹਨਾਂ ਨੇ ਫਾਇਰ ਕਰਕੇ ਉਸ ਨੂੰ ਮਾਰ ਦਿੱਤਾ। ਔਰ ਸਭ ਤੋਂ ਪਹਿਲਾਂ ਜਰਮਨ ਦੇ ਇਹ ਚੈਨਲ ਦੇ ਉੱਤੇ, ਰੇਡੀਓ ਸਟੇਸ਼ਨ 'ਤੇ ਅਨਾਊਂਸ ਹੋਇਆ ਕਿ ਸ਼ਾਬਾਸ਼ ਪੰਜਾਬੀਓ, ਤੁਸੀਂ ਬੜਾ ਪੁਰਾਣਾ ਬਦਲਾ ਜਿਹੜਾ ਸੀ ਉਹ ਲੈ ਲਿਆ। ਔਰ ਊਧਮ ਸਿੰਘ 'ਤੇ ਕਿੱਥੇ ਕੇਸ ਚੱਲਿਆ। 20 ਸਾਲ ਦਾ ਕਰੀਬ ਇੰਨੇ ਹੋ ਗਏ ਸਨ, 1919 ਅਤੇ 1942 ਇਹਦੇ ਇੰਨਾ ਟਾਈਮ ਲੱਗਾ ਉਸ ਵੇਲੇ। ਔਰ ਫਿਰ ਇਹਦੇ ਬਾਅਦ ਹੀ ਇਹ ਭਗਤ ਸਿੰਘ, ਰਾਜਗੁਰੂ, ਸੁਖਦੇਵ, ਫਿਰ ਅਸ਼ਫਾਕ ਉੱਲਾ, ਫਿਰ ਚੰਦਰ ਸ਼ੇਖਰ ਆਜ਼ਾਦ ਔਰ ਇਸੇ ਤਰ੍ਹਾਂ ਹੀ ਬਿਸਮਿਲ, ਇਹ ਸਾਰੇ ਸਨ ਇਹ ਨੌਜਵਾਨ ਇਕੱਠੇ ਹੋਏ। ਇੱਕ ਗੱਲ ਯਾਦ ਰੱਖੋ ਕਿ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ 2 ਤਰ੍ਹਾਂ ਦੇ ਲੋਕ ਸਨ। ਇੱਕ ਸੀ ਮਹਾਤਮਾ ਗਾਂਧੀ ਦਾ ਅਹਿੰਸਾਤਮਕ ਤਰੀਕੇ ਨਾਲ ਗੋਲੀ ਨਹੀਂ ਚਲਾਉਣੀ। ਇੱਕ ਸਨ ਨੌਜਵਾਨ ਜਿਹੜੇ ਸਨ, ਉਹ ਕਹਿੰਦੇ ਸੀ ਨਹੀਂ, ਅੰਗਰੇਜ਼ਾਂ ਨੂੰ ਗੋਲੀ ਚਲਾ ਕੇ ਮਾਰੋ, ਕੁੱਟੋ, ਇੱਥੋਂ ਭਜਾਓ। ਇਹ ਜ਼ੋਰ ਜ਼ਬਰ ਦੇ ਨਾਲ ਕੰਮ ਕਰਨਾ ਚਾਹੁੰਦੇ ਸਨ, ਜਿਨ੍ਹਾਂ 'ਚੋਂ ਇੱਕ ਸਵਰਕਰ ਵੀ ਸੀ, ਪੁਰਾਣਾ ਆਦਮੀ ਸੀ। ਇਸੇ ਤਰ੍ਹਾਂ ਉੱਥੇ ਅਮਰੀਕਾ ਦੇ ਅੰਦਰ ਸ਼ਿਕਾਗੋ 'ਚ ਸੈਂਟ ਫਰਾਂਸਿਸਕੋ, ਉੱਥੇ ਉਹਨਾਂ ਨੇ ਇੱਕ ਸੀ ਲਾਲਾ ਸਾਡਾ ਅਰਦਿਆਲ ਐਮਏ, ਔਰ ਉਹਨੇ ਇੱਕ ਗਦਰ ਪਾਰਟੀ ਬਣਾਈ ਜਿਹਦੇ ਸੋਹਣ ਸਿੰਘ ਭਖਣਾ, ਇਹ ਭਖਣਾ ਪਿੰਡ ਸਾਡਾ ਨਾਲ ਹੀ, ਇਹ ਜਨਰਲ ਸੈਕਟਰੀ ਸਨ। ਉਹਨਾਂ ਨੇ ਗਦਰ ਪਾਰਟੀ ਬਣਾਈ। ਇੱਥੇ ਜਦੋਂ ਕੋਈ ਫੜਿਆ ਜਾਂਦਾ ਸੀ ਗਦਰਾਈਟ, ਉਹਨੂੰ ਪੁੱਛਦੇ ਸਨ ਤੇਰਾ ਨਾਂ, ਉਹ ਕਹਿਣਾ ਮੇਰਾ ਨਾਂ ਗਦਰ। ਉਹਨੇ ਕਹਿਣਾ ਤੇਰੇ ਬਾਪ ਦਾ ਨਾਂ, ਉਹਨੇ ਕਿਹਾ ਗਦਰ। ਕਹਿੰਦਾ ਤੁਮ ਚਾਹਤੇ ਕਿਆ ਹੋ, ਕਹਿੰਦਾ ਗਦਰ। ਉਹ ਅੰਗਰੇਜ਼ ਇਸ ਗੱਲ 'ਤੇ ਘਬਰਾ ਗਏ। ਫਿਰ ਇਹ ਗਦਰਾਈਟ ਜਿਹੜੇ ਸਨ, ਇਹਨਾਂ 'ਤੇ ਕੇਸ ਚੱਲੇ ਔਰ ਇਹਨਾਂ 'ਚੋਂ 22 ਗਦਰਾਈਟ ਜਿਹੜੇ ਸਨ ਉਹਨਾਂ ਨੂੰ ਇੱਥੇ ਫਾਂਸੀ ਦੀ ਸਜ਼ਾ ਹੋ ਗਈ। 40 ਗਦਰਾਈਟ ਜਿਹੜੇ ਸਨ ਇਹਨਾਂ ਨੂੰ ਫੜ ਕੇ ਕਾਲੇ ਪਾਣੀ ਦੀ ਸਜ਼ਾ ਹੋਈ, ਕਿਉਂਕਿ ਕਾਲਾ ਪਾਣੀ 'ਚ ਉਸ ਜ਼ਮਾਨੇ ਦੇ ਵਿੱਚ ਜਾਣਾ ਭੇਜਣਾ ਕੋਈ ਸਾਧਨ ਨਹੀਂ ਸਨ। ਤਾਂ ਬੜਾ ਤੰਗ ਹੋਏ ਲੋਕ ਉੱਥੇ ਜਾ ਕੇ। ਮੈਂ ਸੈਲੂਲਰ ਜੇਲ੍ਹ 'ਚ ਵੀ ਗਿਆ ਕਾਲੇ ਪਾਣੀ,
मैं जाके देखिਆ, ਉਹਨਾਂ ਦੇ ਨਾਮ ਪੜ੍ਹੇ। ਪੰਜਾਬੀ ਔਰ ਬੰਗਾਲੀ ਇਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਸੀ ਉੱਥੇ, ਔਰ ਬੜਾ ਟਾਈਮ ਉਹਨਾਂ ਨੇ ਕੱਟਿਆ। ਇਹਨਾਂ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ, ਮੁਲਕ ਆਜ਼ਾਦ ਹੋਇਆ। ਸਾਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਜਿਨ੍ਹਾਂ ਦੇਸ਼ ਵਾਸਤੇ ਆਪਣੀਆਂ ਜਾਨਾਂ ਦੇ ਗਏ। ਉਹ ਸਾਨੂੰ ਵੀ ਸੰਕਲਪ ਲੈਣਾ ਚਾਹੀਦਾ ਕਿ ਅਸੀਂ ਨਿਆਇਤ ਇਮਾਨਦਾਰੀ ਦੇ ਨਾਲ, ਸ਼ਾਇਸਤਾਨਾ ਤਰੀਕੇ ਨਾਲ, ਮੁਤਬਰਾਨਾ ਤਰੀਕੇ ਨਾਲ ਮੁਲਕ ਦੇ ਉੱਤੇ ਰਾਜ ਕਰੀਏ ਔਰ ਚੰਗਾ ਸ਼ਾਸਨ ਜਿਹੜਾ ਲੋਕਾਂ ਨੂੰ ਦਈਏ ਔਰ ਚੰਗੀਆਂ ਸਹੂਲਤਾਂ ਮੁਹੱਈਆ ਕਰੀਏ। ਸੋ ਤੁਸੀਂ ਸੁਣਿਆ ਪ੍ਰੋਫੈਸਰ ਸਾਹਿਬ ਦੀ ਜ਼ੁਬਾਨੀ ਕਿ ਕਿਸ ਤਰ੍ਹਾਂ ਦਾ ਮਾਹੌਲ ਸੀ ਉੱਥੇ, ਕਿਉਂ ਇਹ ਜਿਹੜਾ ਜਲਿਆਂਵਾਲੇ ਬਾਗ ਦੇ ਵਿੱਚ ਜਲਸਾ ਕਰਵਾਇਆ ਗਿਆ ਸੀ, ਕਿੰਨੇ ਲੋਕਾਂ ਨੇ ਇੱਥੇ ਸ਼ਮੂਲੀਅਤ ਕੀਤੀ। 20,000 ਦੇ ਲੋਕ ਜਿਹੜੇ ਉਹਨਾਂ ਦੇ ਮੁਤਾਬਕ ਉੱਥੇ ਸ਼ਮੂਲੀਅਤ ਸੀ, ਔਰ ਅਜਿਹੇ ਲੋਕ ਜਿਹੜੇ ਕਿ ਜ਼ਖਮੀ ਹੋ ਗਏ। ਅੰਗਰੇਜ਼ ਸਰਕਾਰ ਵੱਲੋਂ ਉਹਨਾਂ ਨੂੰ ਤਮਾਰਦਾਰੀ ਵਾਸਤੇ ਵੀ ਜਿਹੜਾ ਲੋਕਾਂ ਨੂੰ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਆਉਣ ਨਹੀਂ ਦਿੱਤਾ ਗਿਆ, ਔਰ ਲੋਕ ਬਹੁਤ ਜ਼ਿਆਦਾ ਦਹਿਸ਼ਤ ਵਿੱਚ ਸਨ। ਕੀ ਹਾਲਾਤ ਬਣੇ, ਗੋਲੀ ਕਿਉਂ ਚੱਲੀ, ਰੋਲਟ ਐਕਟ ਦੇ ਖਿਲਾਫ ਜਿਹੜਾ ਇਹ ਰੱਖਿਆ ਗਿਆ ਸੀ, ਔਰ 2 ਜਿਹੜੇ ਮਾਈਨਾਸ ਸ਼ਖਸੀਅਤਾਂ ਸੀ ਉਹਨਾਂ ਨੂੰ ਰਿਹਾ ਕਰਨ ਲਈ ਇਹ ਜਲਸਾ ਕੀਤਾ ਗਿਆ ਸੀ। ਉੱਥੇ ਮਤਾ ਪਾਉਣਾ ਸੀ। ਜੋ ਅੰਗਰੇਜ਼ ਸਰਕਾਰ ਨੇ ਕੀਤਾ ਉਹ ਅੱਜ ਸਾਰੀ ਦੁਨੀਆ ਨੂੰ ਪਤਾ ਹੈ।